हाँ जी, good afternoon, 8th class. I hope you all are feeling well and you all are studying well in your homes. As you all know, Corona is going on, so you must keep yourself healthy by doing some exercises and eating the healthy diets. Today we will discuss the chapter, the Indian Constitution, which is the first chapter of your civics book. So let's start. First of all, we should discuss what the Constitution is. Here in the first page, in all this story which I have circled, this is they have told the story of football, which is a game you all know well about it. As we all know that there are some rules in football which we must obey to be fair. In the same way, Indian Constitution is also a set of rules which we all must follow to be in the limit, or we may say these are the bars in which we must stay to keep our surroundings, we can say, bearable, and we can say to keep our surrounding, keep our environment happy. ਮਤਲਬ ਕਿ ਆਪਾਂ ਪੰਜਾਬੀ 'ਚ ਕਹਿ ਲਈਏ ਕਿ ਇੱਕ ਇੱਦਾਂ ਦੇ ਰੂਲਸ ਜਿਹੜੇ ਆਪਾਂ ਨੂੰ ਫੋਲੋ ਕਰਨੇ ਪੈਣਗੇ ਜਿਹਦੇ ਨਾਲ ਸਾਡਾ ਆਲਾ ਦੁਆਲਾ ਜਿਹੜਾ ਆਲੇ ਦੁਆਲੇ ਸਾਡੇ ਲੋਕ ਨੇ ਉਹ ਖੁਸ਼ ਰਹਿਣਗੇ, ਠੀਕ ਹੈ, ਜਾਂ ਕਹਿ ਲਓ ਵੀ ਸਾਡੇ ਰਹਿਣ ਲਾਇਕ ਬਣਨਗੇ, ਠੀਕ ਹੈ। ਉਹ ਸੈਟਸ ਨੂੰ ਆਪਾਂ, ਉਹ ਰੂਲਾਂ ਨੂੰ ਆਪਾਂ, ਠੀਕ ਹੈ, ਕੌਂਸਟੀਟਿਊਸ਼ਨ ਕਹਾਂਗੇ। ਕੁਛ ਰੂਲਸ ਨੇ ਸਰਕਾਰ ਦੁਆਰਾ ਬਣਾਏ ਹੋਏ ਅਤੇ ਜਿਹਦਾ ਇੱਕ ਸੈੱਟ ਬਣਿਆ ਹੋਇਆ, ਠੀਕ ਹੈ, ਜਿੱਦਾਂ ਆਪਣੀਆਂ ਬੁੱਕਸ ਨੇ, ਠੀਕ ਹੈ, ਅਲੱਗ ਅਲੱਗ ਕੰਟੈਂਟ ਹੈ ਉਸ ਦੇ ਵਿੱਚ, ਇੱਦਾਂ ਹੀ ਆਪਣਾ ਕੌਂਸਟੀਟਿਊਸ਼ਨ ਸੰਵਿਧਾਨ ਜਿਹੜਾ ਆਪਣਾ ਉਹ ਵੀ ਇੱਕ ਅਲੱਗ ਅਲੱਗ ਰੂਲਸ ਦਾ ਸੈੱਟ ਜੋ ਜੋੜ ਕੇ ਬਣਾਇਆ ਗਿਆ, ਠੀਕ ਹੈ, ਜਿਸ ਨੂੰ ਕਿ ਜੋ ਕਿ ਸਾਡੇ ਸਾਰਿਆਂ ਲਈ ਬਰਾਬਰ ਹੈ, ਠੀਕ ਹੈ, ਉਸ ਨੂੰ ਆਪਾਂ ਕਹਾਂਗੇ ਕੌਂਸਟੀਟਿਊਸ਼ਨ। ਹੁਣ ਆਪਾਂ ਰੀਡ ਕਰਦੇ ਹਾਂ। ਵਾਈ ਡਜ਼ ਅ ਕੰਟਰੀ ਨੀਡ ਅ ਕੌਂਸਟੀਟਿਊਸ਼ਨ? Today, most countries in the world have a constitution. While all democratic countries are like to have a constitution are democratic. ਮਤਲਬ ਕਿ ਇਹਨਾਂ ਦਾ ਕਹਿਣਾ ਗਾ ਕਿ ਅੱਜ ਕੱਲ੍ਹ ਨਹੀਂ, ਅੱਜ ਦੇ ਸਮੇਂ ਦੇ ਵਿੱਚ ਲਗਭਗ ਸਾਰੇ ਦੇਸ਼, ਲਗਭਗ ਮਤਲਬ ਮੋਸਟ ਆਫ ਦ ਕੰਟਰੀਜ਼ ਆਰ ਨੋਟ ਡੈਮੋਕ੍ਰੇਟਿਕ, ਮੋਸਟ ਆਫ ਦ ਕੰਟਰੀਜ਼ ਆਰ ਹੈਵਿੰਗ ਅ ਕੌਂਸਟੀਟਿਊਸ਼ਨ। ਸਾਰੇ ਦੇਸ਼ਾਂ ਦਾ ਲਗਭਗ ਸੰਵਿਧਾਨ ਹੈਗਾ, ਰੂਲਸ ਬਣੇ ਹੋਏ ਨੇ। ਇਹ ਜ਼ਰੂਰੀ ਨਹੀਂ ਕਿ ਕੰਟਰੀ ਡੈਮੋਕਰੇਟਿਕ ਹੈ ਜਾਂ ਨਹੀਂ, ਉਸ ਦਾ ਸੰਵਿਧਾਨ ਹੈਗਾ ਹੈ, ਠੀਕ ਹੈ, ਬਟ ਕੁਛ ਕੰਟਰੀਜ਼ ਇੱਦਾਂ ਦੀਆਂ ਨੇ ਜਿਨ੍ਹਾਂ ਦਾ ਮਤਲਬ ਜੋ ਕੰਟਰੀਜ਼ ਡੈਮੋਕਰੇਟਿਕ ਨੇ ਉਹਨਾਂ ਦਾ ਸੰਵਿਧਾਨ ਯਾਨੀ ਕਿ ਉਹਨਾਂ ਦਾ ਕੌਂਸਟੀਟਿਊਸ਼ਨ ਤਾਂ ਬਣਿਆ ਹੋਇਆ, ਬਟ ਇਹ ਜ਼ਰੂਰੀ ਨਹੀਂ ਕਿ ਜੇ ਕਿਸੇ ਕੰਟਰੀ ਦਾ ਸੰਵਿਧਾਨ ਹੈਗਾ ਤਾਂ ਉਹ ਡੈਮੋਕਰੇਟਿਕ ਹੀ ਹੋਏਗੀ। ਫਸਟ, ਇਟ ਲੇਜ਼ ਆਊਟ ਸਰਟੇਨ ਆਈਡੀਅਲਸ ਦੈਟ ਫੋਰਮ ਦਾ ਬੇਸਿਸ ਆਫ ਦਾ ਕਾਈਂਡ ਆਫ ਕੰਟਰੀ ਦੈਟ ਵੀ ਐਜ਼ ਅ ਸਿਟੀਜ਼ਨਸ ਐਸਪਾਇਰ ਟੂ ਲਿਵ ਇਨ। ਮਤਲਬ ਇੱਦਾਂ ਦੇ ਖਿਆਲ, ਆਈਡੀਅਲਸ ਮਤਲਬ ਕਿ ਚੰਗੇ ਗੁਣ, ਚੰਗੇ ਖਿਆਲ, ਠੀਕ ਹੈ, ਚੰਗੇ ਰੂਲਸ ਜਿਹੜੇ ਕਿ ਇੱਦਾਂ ਦਾ ਦੇਸ਼ ਬਣਾਉਂਦੇ ਨੇ ਜਿਨ੍ਹਾਂ ਜੋ ਕਿ ਸਾਡੇ ਵਰਗੇ ਸਿਟੀਜ਼ਨਸ ਨੂੰ ਮਤਲਬ ਕਿ ਐਸਪਾਇਰ ਦਾ ਮਤਲਬ ਕਿ ਸਾਨੂੰ ਮਜਬੂਰ ਕਰਦੇ ਨੇ, ਜਾਂ ਕਹਿ ਲਓ ਵੀ ਸਾਨੂੰ ਪ੍ਰੇਰਿਤ ਕਰਦੇ ਨੇ ਕਿ ਅਸੀਂ ਉੱਥੇ ਰਹੀਏ। ਔਰ ਪੁੱਟ ਐਨ ਅਦਰ ਵੇ, ਕੌਂਸਟੀਟਿਊਸ਼ਨ ਟੈਲਸ ਅਸ ਵਟ ਦਾ ਫੰਡਾਮੈਂਟਲ ਨੇਚਰ ਆਫ ਆਰ ਸੋਸਾਇਟੀ ਇਜ਼। ਮਤਲਬ ਕਿ ਸਾਨੂੰ ਦੱਸਦੇ ਨੇ ਕਿ ਸਾਡੇ ਸਮਾਜ ਪ੍ਰਤੀ ਕੀ ਫਰਜ਼ ਨੇ, ਠੀਕ ਹੈ, ਸਾਡਾ ਕੀ ਵਿਵਹਾਰ ਜਿਹੜਾ ਸਾਡਾ ਸੁਸਾਇਟੀ ਦੇ ਪ੍ਰਤੀ ਹੋਣਾ ਚਾਹੀਦਾ, ਸਾਨੂੰ ਉਹੀ ਚੀਜ਼ ਫੋਲੋ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਰੇ ਖੁਸ਼ ਰਹਿਣ, ਸਾਡੇ ਤੋਂ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ। ਅ ਕੰਟਰੀ ਇਜ਼ ਯੂਜ਼ੂਅਲੀ ਮੇਡ ਆਫ ਡਿਫਰੈਂਟ ਕਮਿਊਨਿਟੀਜ਼ ਆਫ ਪੀਪਲ ਹੂ ਸ਼ੇਅਰ ਸਰਟੇਨ ਬਿਲੀਵਸ ਬਟ ਮੇ ਨਾਟ ਨੈਸੈਸਰਲੀ ਐਗਰੀ ਔਨ ਆਲ ਇਸ਼ੂਜ਼। ਕਹਿੰਦੇ ਸਮਾਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕਮਿਊਨਿਟੀ ਹੁੰਦੀ ਹੈਗੀ ਬੱਚੇ, ਇੱਕ ਰਿਲੀਜਨ ਦੇ ਕੁਛ ਲੋਕ ਆਪਾਂ ਕਹਿ ਲਈਏ, ਠੀਕ ਹੈ, ਜਾਂ ਇੱਕ ਸੋਚ ਦੇ ਲੋਕ ਜਿਨ੍ਹਾਂ ਦੀ ਸੋਚ ਕਿਸੇ ਮਤਲਬ ਕਿ ਇੱਕ ਤਰ੍ਹਾਂ ਦੀ ਸੋਚ ਦੇ ਲੋਕ, ਠੀਕ ਹੈ, ਕੁਛ ਲੋਕਾਂ ਦੀ ਆਪਾਂ ਕਮਿਊਨਿਟੀ ਕਹਿ ਲਈਏ, ਠੀਕ ਹੈ। ਉਹ ਸਮਾਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕਮਿਊਨਿਟੀਜ਼ ਰਹਿੰਦੀਆਂ ਹੁੰਦੀਆਂ ਨੇ, ਠੀਕ ਹੈ, ਜਿਨ੍ਹਾਂ ਦੇ ਜ਼ਰੂਰੀ ਨਹੀਂ ਕਿ ਕਿਸੇ ਗੱਲ ਦੇ ਉੱਤੇ ਜਿਹੜੇ ਆਈਡੀਆਸ ਨੇ ਉਹ ਮੈਚ ਕਰਨ, ਠੀਕ ਹੈ। ਸੋ ਉਹ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਆਪਣਾ ਕੌਂਸਟੀਟਿਊਸ਼ਨ ਹੈ ਬਣਾਇਆ ਗਿਆ ਕਿ ਕਦੋਂ ਕਿਸੇ ਦੇ ਵਿਚਾਲੇ ਡਿਸਪਿਊਟ ਯਾਨੀ ਕਿ ਰੌਲਾ ਵੀ ਹੋ ਸਕਦਾ, ਠੀਕ ਹੈ, ਅਤੇ ਉਹਨਾਂ ਡਿਸਪਿਊਟਸ ਨੂੰ ਰੋਕਣ ਲਈ, ਕੰਟਰੋਲ ਕਰਨ ਦੇ ਲਈ ਜੋ ਰੂਲਸ ਬਣਾਏ ਗਏ ਨੇ ਉਹਨਾਂ ਨੂੰ ਕੌਂਸਟੀਟਿਊਸ਼ਨ ਕਿਹਾ ਗਿਆ।
A constitution helps us serve as a set of rules and principles that all persons in a country can agree upon as the basis of the way in which they want the country to be governed. ਇੱਕ ਸੈੱਟ ਆਫ ਰੂਲਸ ਹੈ, ਠੀਕ ਹੈ। ਕੰਸਟੀਟਿਊਸ਼ਨ ਹੈ ਜਿਹੜਾ ਆਪਣਾ, ਜਿਹੜਾ ਕਿ ਇੱਕ ਸਿਧਾਂਤ, ਕਿਹੜੇ ਸਿਧਾਂਤਾਂ 'ਤੇ ਚੱਲਦਾ ਹੈ, ਜਿਹੜਾ ਕਿ ਸਾਰੇ ਲੋਕਾਂ ਨੂੰ ਮਤਲਬ ਕਿ ਇੱਦਾਂ ਦੀਆਂ ਸ਼ਰਤਾਂ ਨੇ ਜਿਨ੍ਹਾਂ ਦੇ ਉੱਤੇ ਸਾਰੇ ਲੋਕ ਰਹਿਣਾ ਪਸੰਦ ਕਰਨਗੇ, ਠੀਕ ਹੈ, ਇੱਕ ਦੇਸ਼ ਦੇ ਵਿੱਚ, ਕਿ ਹਾਂ ਇੱਦਾਂ ਦਾ ਰੂਲਸ ਇਹ ਸਾਰਿਆਂ ਲਈ ਬਰਾਬਰ ਨੇ, ਠੀਕ ਹੈ। ਅਤੇ ਇਹ ਰੂਲਸ ਫੋਲੋ ਕਰਕੇ ਆਪਣਾ ਜਿਹੜਾ ਆਲਾ ਦੁਆਲਾ ਖੁਸ਼ਹਾਲ ਰਹੂਗਾ, ਠੀਕ ਹੈ, ਲੋਕਾਂ ਲਈ ਸੇਫ ਰਹੂਗਾ। This includes not only the type of government but also an agreement on certain ideals that they all believe the country should uphold. ਮਤਲਬ ਇਹ ਸਾਰੇ ਹਰ ਪ੍ਰਕਾਰ ਦੀ ਸਰਕਾਰ ਦੇ ਨੂੰ ਇਨਕਲੂਡ ਨਹੀਂ ਕਰਦਾ, ਬਟ ਇੱਦਾਂ ਦੇ ਐਗਰੀਮੈਂਟਸ ਅਤੇ ਇੱਦਾਂ ਦੇ ਇਹਦੇ ਵਿੱਚ ਆਈਡੀਅਲਸ ਨੇ ਜਿਹਦੇ ਨਾਲ ਆਪਣਾ ਕੰਟਰੀ ਦਾ ਜਿਹੜਾ ਅਪਹੋਲਡ, ਯਾਨੀ ਕਿ ਉਹ ਉੱਪਰ ਨੂੰ ਹੀ ਜਾਊਗੀ, ਠੀਕ ਹੈ। ਮਤਲਬ ਕਿ ਉਸ ਨਾਲ ਕੰਟਰੀ ਦਾ ਕੋਈ ਨੁਕਸਾਨ ਨਹੀਂ ਹੋਊਗਾ, ਕੰਟਰੀ ਦੇ ਪੱਖ ਦੀ ਗੱਲ ਹੀ ਹੋਊਗੀ। ਨੈਕਸਟ ਆਪਾਂ ਪੜ੍ਹਦੇ ਹਾਂ ਨੇਪਾਲ ਦੇ ਬਾਰੇ। ਨੇਪਾਲ ਦੇ ਵਿੱਚ ਕੀ ਹੋਇਆ ਸੀਗਾ, ਤੁਹਾਨੂੰ ਸ਼ਾਇਦ ਪਤਾ ਹੋਵੇ ਸਾਰਿਆਂ ਨੂੰ। ਲੈਟ ਅਸ ਟਰਾਈ ਐਂਡ ਅੰਡਰਸਟੈਂਡ ਵਟ ਵੀ ਮੀਨ ਬਾਈ ਦਿਸ ਥਰੂ ਟੂ ਕੰਟਰਾਸਟਿੰਗ ਸਿਚੁਏਸ਼ਨਸ ਇਨ ਦਾ ਰੀਸੈਂਟ ਹਿਸਟਰੀ ਆਫ ਨੇਪਾਲ, ਅ ਕੰਟਰੀ ਦੈਟ ਬਾਰਡਰਸ ਇੰਡੀਆ ਔਨ ਦਾ ਨਾਰਥ। ਹੁਣ ਕਹਿੰਦੇ ਆਪਾਂ ਗੱਲ ਕਰਦੇ ਹਾਂ ਨੇਪਾਲ ਦੀ, ਜਿਹੜਾ ਕਿ ਇੰਡੀਆ ਦੇ ਨਾਲ ਜਿਹੜੀ ਕੰਟਰੀ ਦਾ ਬਾਰਡਰ ਲੱਗਦਾ ਕਿੱਥੇ, ਨਾਰਥ ਦੇ ਵਿੱਚ। ਅੰਟਿਲ ਰੀਸੈਂਟਲੀ ਨੇਪਾਲ ਵਾਜ਼ ਅ ਮੋਨਾਰਕੀ। ਮੋਨਾਰਕੀ ਕੀ ਹੁੰਦਾ ਬੱਚੇ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਵਰਡ ਨੂੰ ਤੁਸੀਂ ਅੰਡਰਲਾਈਨ ਵੀ ਕਰ ਸਕਦੇ ਹੋ, ਮੋਨਾਰਕੀ। ਮੋਨਾਰਕੀ ਹੁੰਦਾ ਹੈਗਾ ਜਦੋਂ ਕਿਸੇ ਇੱਕ ਪਰਸਨ ਦਾ ਰਾਜ ਹੋਵੇ, ਠੀਕ ਹੈ, ਰਾਜੇ ਦਾ ਰਾਜ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਹੁਣ the previous constitution of Nepal, which had been adopted in 1990, reflected the fact that the final authority rested with the king. ਨੇਪਾਲ ਜਿਹੜਾ ਹੈ ਉਸ ਦੇ ਵਿੱਚ ਡੈਮੋਕ੍ਰੇਸੀ ਆਈ ਹੈ 2006 ਦੇ ਵਿੱਚ। ਸੌਰੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਪਹਿਲਾਂ, ਡੈਮੋਕ੍ਰੇਸੀ ਦਾ ਮੀਨਿੰਗ ਤੁਹਾਨੂੰ ਮੇ ਬੀ ਪਤਾ ਹੋਵੇ ਮੋਸਟ ਆਫ ਦਾ ਸਟੂਡੈਂਟਸ ਨੂੰ, ਬਟ ਡੈਮੋਕ੍ਰੇਸੀ ਹੁੰਦਾ ਹੈਗਾ ਜਦੋਂ ਆਪਾਂ ਵੋਟ ਦੇ ਕੇ ਆਪਣਾ ਲੀਡਰ ਆਪ ਚੁਣੀਏ, ਠੀਕ ਹੈ, ਉਹਨੂੰ ਕਹਿੰਦੇ ਨੇ ਡੈਮੋਕ੍ਰੇਸੀ, ਠੀਕ ਹੈ। ਅਤੇ ਜਿਹੜੀ ਕੰਟਰੀ ਦੇ ਵਿੱਚ ਇੱਦਾਂ ਹੁੰਦਾ ਉਹ ਕੰਟਰੀ ਹੋਊਗੀ ਡੈਮੋਕ੍ਰੇਟਿਕ। ਨੇਪਾਲ ਹੋਇਆ 2006 ਦੇ ਵਿੱਚ ਡੈਮੋਕ੍ਰੇਟਿਕ, ਠੀਕ ਹੈ। ਬਟ 1990 ਦੇ ਵਿੱਚ ਉੱਥੇ ਇੱਕ ਕੌਂਸਟੀਟਿਊਸ਼ਨ ਮਤਲਬ ਜੋ ਹੈ ਲਾਗੂ ਕੀਤਾ ਗਿਆ, ਰੂਲ ਲਾਗੂ ਕੀਤਾ ਗਿਆ, ਜਿੱਥੇ ਕਿ ਫਾਈਨਲ ਡਿਸੀਜ਼ਨ ਕੀ ਸੀਗਾ ਜੋ ਕਿੰਗ ਕਰਦਾ ਸੀ, ਠੀਕ ਹੈ। ਜੋ ਫਾਈਨਲ ਡਿਸੀਜ਼ਨ ਕਿੰਗ ਨੇ ਲੈ ਲਿਆ ਉਹ ਫਾਈਨਲ ਹੋਊਗਾ, ਠੀਕ ਹੈ ਜੀ। A people's movement in Nepal fought for several decades to establish democracy, and in 2006 they finally succeeded in putting an end to the powers of the king. ਲੋਕਾਂ ਨੇ ਮੂਵਮੈਂਟਸ ਚਲਾਏ, ਠੀਕ ਹੈ, ਅੰਦੋਲਨ ਚਲਾਏ ਲੋਕ, ਮਤਲਬ ਸੈਵਰਲ ਡਿਕੇਡਸ, ਮਤਲਬ ਕਈ ਡਿਕੇਡ ਹੁੰਦਾ 10 ਸਾਲ ਦਾ ਸਮਾਂ, ਠੀਕ ਹੈ, ਕਈ ਡਿਕੇਡਸ, ਆਪਾਂ ਉਹਨੂੰ ਕੀ ਕਹਾਂਗੇ, ਆਪਾਂ ਕਹਿ ਸਕਦੇ ਹਾਂ ਕਈ ਦਹਾਕੇ, 10 ਸਾਲਾਂ ਨੂੰ ਆਪਾਂ ਕਹਾਂਗੇ ਪੰਜਾਬੀ 'ਚ ਦਹਾਕੇ, ਮਤਲਬ 10 ਸਾਲ। ਕਈ ਦਹਾਕੇ ਤੱਕ ਲੋਕਾਂ ਨੇ ਅੰਦੋਲਨ ਚਲਾਏ, ਜਿਸ ਤੋਂ ਬਾਅਦ ਉਹਨਾਂ ਨੂੰ ਸਫਲਤਾ ਮਿਲੀ 2006 ਦੇ ਵਿੱਚ ਜਾ ਕੇ, ਜਦੋਂ ਉਹਨਾਂ ਨੇ ਰਾਜੇ ਦੇ ਰਾਜ ਨੂੰ ਖ਼ਤਮ ਕਰਤਾ ਅਤੇ ਉੱਥੇ ਜਿਹੜਾ ਨਿਊ ਕੌਂਸਟੀਟਿਊਸ਼ਨ ਜਿਹੜਾ ਐਸਟੈਬਲਿਸ਼ ਕੀਤਾ ਗਿਆ। The people had to write a new constitution to establish Nepal as a democracy. The reason that they did not want to continue with the previous constitution is because it did not reflect the ideals of the country that they want Nepal to be and that they have fought for. ਮਤਲਬ ਕਿ ਦੇਖੋ, ਡੈਮੋਕ੍ਰੇਟਿਕ ਕੰਟਰੀ ਦਾ ਤਾਂ ਕੌਂਸਟੀਟਿਊਸ਼ਨ ਹੁੰਦਾ ਹੈਗਾ, ਠੀਕ ਹੈ, ਬਟ ਇਹ ਕੰਟਰੀ ਡੈਮੋਕ੍ਰੇਟਿਕ ਨਹੀਂ ਸੀ। ਇਸ ਤੋਂ ਪਹਿਲਾਂ ਵੀ ਇੱਥੇ ਕੌਂਸਟੀਟਿਊਸ਼ਨ ਸੀ, ਬਟ ਇਹਨਾਂ ਨੂੰ ਲੋਕਾਂ ਨੂੰ ਨਹੀਂ ਪਸੰਦ ਸੀ ਕਿ ਉਹ ਜਿਹੜਾ ਕੌਂਸਟੀਟਿਊਸ਼ਨ ਸੀ ਉਹ ਇੱਕ ਰਾਜੇ ਦੀ ਪੱਖ ਦਾ ਸੀ, ਠੀਕ ਹੈ, ਲੋਕਾਂ ਦੇ ਪੱਖ ਦਾ ਨਹੀਂ ਸੀ ਉਹ। ਸੋ ਇਹਨਾਂ ਨੇ ਡੈਮੋਕ੍ਰੇਟਿਕ ਕੰਟਰੀ ਬਣਨ ਤੋਂ ਬਾਅਦ ਵੀ, ਠੀਕ ਹੈ, ਉਹ ਕੌਂਸਟੀਟਿਊਸ਼ਨ ਸੀ ਜਿਹੜਾ ਉਹਨੂੰ ਚੇਂਜ ਕੀਤਾ, ਕਿਉਂਕਿ ਉਹ ਲੋਕਾਂ ਨੂੰ ਸੀ ਕਿ ਉਹ ਸਿਰਫ ਰਾਜੇ ਦੇ ਪੱਖ ਦੀ ਗੱਲ ਕਰਦਾ ਸੀ, ਅਤੇ ਉਹਨਾਂ ਨੇ ਉਹ ਕੌਂਸਟੀਟਿਊਸ਼ਨ ਨੂੰ ਚੇਂਜ ਕਰਨ ਲਈ ਹੀ ਇਹਨਾਂ ਮੂਵਮੈਂਟਸ ਜੋ ਲੜੀਆਂ, ਠੀਕ ਹੈ। ਸੋ ਇਸ ਤੋਂ ਬਾਅਦ ਉਹਨਾਂ ਨੇ ਉਹ ਕੌਂਸਟੀਟਿਊਸ਼ਨ ਚੇਂਜ ਕਰਤਾ। ਐਜ਼ ਇਨ ਦਾ ਗੇਮ ਆਫ ਫੁੱਟਬਾਲ ਇਨ ਵਿਚ ਅ ਚੇਂਜ ਇਨ ਦਾ ਕੌਂਸਟੀਟਿਊਟਿਵ rules will change the game altogether. Nepal, by moving from a monarchy to democratic government, needs to change all its constitutive rules in order to usher in a new society. मतलब कि
ਆਪਾਂ ਕਹਿ ਲਈਏ ਕਿ ਜਿੱਦਾਂ ਆਪਾਂ ਫੁੱਟਬਾਲ ਦੇ ਰੂਲਸ ਚੇਂਜ ਕਰ ਦਈਏ, ਠੀਕ ਹੈ, ਉਹ ਤਾਂ ਫਿਰ ਫੁੱਟਬਾਲ ਦੀ ਜਿਹੜੀ ਗੇਮ ਹੈ ਉਹਨੂੰ ਬਿਲਕੁਲ ਚੇਂਜ ਕਰ ਦੂਗਾ। ਬਿਲਕੁਲ ਉਵੇਂ ਹੀ ਨੇਪਾਲ ਦਾ ਜਿਹੜਾ ਕੌਂਸਟੀਟਿਊਸ਼ਨ ਸੀ ਉਹਨੂੰ ਚੇਂਜ ਕਰਨ ਦੇ ਨਾਲ ਜਿਹੜਾ ਉਹ ਡੈਮੋਕ੍ਰੇਟਿਕ ਗਵਰਨਮੈਂਟ ਉਸ ਦੇ ਵਿੱਚ ਆਈ ਸੀ ਉਸ ਨੂੰ ਚੇਂਜ ਕਰਨੇ ਪੈਣੇ ਸੀ ਨਿਊ ਸੁਸਾਇਟੀ ਨੂੰ ਜਨਮ ਦੇਣ ਲਈ, ਨਿਊ ਸੁਸਾਇਟੀ ਬਣਾਉਣ ਦੇ ਲਈ। ਦਿਸ ਇਜ਼ ਵਾਈ ਦ ਪੀਪਲ ਆਫ ਨੇਪਾਲ ਅਡੋਪਟਡ ਅ ਨਿਊ ਕੌਂਸਟੀਟਿਊਸ਼ਨ ਫॉर ਦ ਕੰਟਰੀ ਇਨ 2015। ਤਾਂ ਹੀ ਤਾਂ ਉਹਨਾਂ ਨੇ ਨਿਊ ਕੌਂਸਟੀਟਿਊਸ਼ਨ, ਦੇਖੋ ਕੰਟਰੀ ਡੈਮੋਕ੍ਰੇਟਿਕ ਕਦੋਂ ਹੋਈ ਸੀ 2006 ਦੇ ਵਿੱਚ, ਉਹਨਾਂ ਨੇ ਨਿਊ ਕੌਂਸਟੀਟਿਊਸ਼ਨ ਕਦੋਂ ਅਡੋਪਟ ਕੀਤਾ 2015 ਦੇ ਵਿੱਚ। ਦਾ ਕੈਪਸ਼ਨ ਅਲੋਂਗ ਸਾਈਡ ਐਲੈਬੋਰੇਟਸ ਨੇਪਾਲ ਸਟਰਗਲ ਫॉर ਡੈਮੋਕ੍ਰੇਸੀ। ਕੈਪਸ਼ਨ ਕਿੱਥੇ ਸੀਗਾ, ਮਤਲਬ ਕਿ ਉੱਥੇ ਉਹਨਾਂ ਨੇ ਕੈਪਸ਼ਨ ਦਿੱਤਾ ਹੈ ਨਿਊ ਕੌਂਸਟੀਟਿਊਸ਼ਨ ਦੇ ਨੇੜੇ ਕਿ ਨੇਪਾਲ ਸਟਰਗਲ ਫॉर ਡੈਮੋਕ੍ਰੇਸੀ। ਆਹ ਜਿਹੜਾ ਸਾਈਡ 'ਤੇ ਤੁਸੀਂ ਪਿਕਸ ਦੇਖ ਰਹੇ ਹੋ, ਠੀਕ ਹੈ, ਇਹ ਸਾਰੀਆਂ ਨੇਪਾਲ ਦੇ ਅੰਦੋਲਨ ਦੀਆਂ ਨੇ। ਇਹ ਵਾਲੀ ਪਿਕ, ਦੋਨੋਂ ਪਿਕਸ, ਠੀਕ ਹੈ, ਜਿਹੜਾ ਕਿ ਲੋਕਾਂ ਨੇ ਲੜਿਆ, ਉੱਦਾਂ ਦੇ ਅੰਦੋਲਨ ਲੜੇ, ਠੀਕ ਹੈ, ਜਿਸ ਤੋਂ ਬਾਅਦ ਜਾ ਕੇ ਨੇਪਾਲ ਕੀ ਸੀ, ਡੈਮੋਕ੍ਰੇਟਿਕ ਕੰਟਰੀ ਬਣਿਆ। The second important purpose of a constitution is to define the nature of country's political system. For example, Nepal's earlier constitution stated that the country was to be ruled by the king and his council of ministers. In countries that have adopted a democratic form of government or polity, the constitution plays a crucial role in laying out certain important guidelines that govern decision making with these societies. ਇੱਕ ਪਰਪਸ ਤਾਂ ਹੋ ਗਿਆ ਕਿ ਲੋਕਾਂ ਨੂੰ ਮਤਲਬ ਸਿੱਧਾ ਰਾਹ ਦਿਖਾਉਣਾ, ਠੀਕ ਹੈ, ਆਪਾਂ ਨੂੰ ਰੂਲਸ ਦੇ ਅੰਡਰ ਰੱਖਣਾ, ਠੀਕ ਹੈ। ਦੂਜਾ ਪਰਪਸ ਕੀ ਸੀਗਾ ਕੌਂਸਟੀਟਿਊਸ਼ਨ ਦਾ, ਮਤਲਬ ਕਿ ਕੰਟਰੀ ਦਾ ਇੱਕ ਪੋਲੀਟੀਕਲ ਸਿਸਟਮ ਨੂੰ ਸਟੈਂਡ ਅਪ ਕਰਨਾ, ਠੀਕ ਹੈ, ਕਿ ਸਰਕਾਰ ਜਾਂ ਸਰਕਾਰੀ ਸਿਸਟਮਸ ਜੋ ਬਣੇ ਨੇ ਹੈ ਨਾ, ਸਰਕਾਰੀ ਅਦਾਰੇ ਜਿਹੜੇ ਉਹ ਕਿੱਦਾਂ ਕੰਮ ਕਰਨਗੇ, ਠੀਕ ਹੈ, ਕਿਵੇਂ ਉਹ ਲੋਕਾਂ ਦੀ ਮਦਦ ਕਰਨਗੇ, ਕਿਵੇਂ ਲੋਕ ਉਹਦੇ ਅੰਡਰ ਰਹਿ ਕੇ ਆਪਣੇ ਆਪ ਨੂੰ ਮਤਲਬ ਕਿ ਸੇਫ ਮਹਿਸੂਸ ਕਰਨਗੇ ਜਾਂ ਲੋਕਾਂ ਦੀ ਮਦਦ ਹੋ ਸਕਦੀ ਹੈ। ਫੋਰ ਐਗਜ਼ਾਮਪਲ ਨੇਪਾਲਸ ਜਿਹੜਾ ਕਿ ਜਿੱਦਾਂ ਹੁਣ ਫੋਰ ਐਗਜ਼ਾਮਪਲ ਆਪਾਂ ਲੈ ਲਈਏ ਨੇਪਾਲ ਦਾ ਜਿਹੜਾ ਪਹਿਲਾਂ ਵਾਲਾ ਕੌਂਸਟੀਟਿਊਸ਼ਨ ਸੀ, ਠੀਕ ਹੈ, ਉਹ ਤਾਂ ਉਹਦੇ ਵਿੱਚ ਤਾਂ ਇੱਕ ਫਾਈਨਲ ਡਿਸੀਜਨ ਸੀ ਜਿਹੜਾ ਉਹ ਕਿੰਗ ਨੇ ਲੈਣਾ ਸੀ, ਅਤੇ ਰਾਜ ਕੌਣ ਕਰਦਾ ਸੀ ਉੱਥੇ, ਕਿੰਗ, ਅਤੇ ਉਹਦੇ ਜਿਹੜੇ ਥੱਲੇ ਜਿਹੜੇ ਮਿਨਿਸਟਰ ਸੀ, ਮੰਤਰੀ ਸੀ। ਬਟ ਜਿਹੜੀਆਂ ਕੰਟਰੀਜ਼ ਨੇ ਡੈਮੋਕ੍ਰੇਟਿਕ ਬਣ ਗਈਆਂ ਨੇ, ਠੀਕ ਹੈ, ਉਹਨਾਂ ਦੇ ਵਿੱਚ ਕੀ ਹੁੰਦਾ ਗਾ, ਕੌਂਸਟੀਟਿਊਸ਼ਨ ਕੀ ਰੋਲ ਪਲੇਅ ਕਰਦਾ ਗਾ, ਜਿਹੜੀਆਂ ਸਰਕਾਰ ਬਣਦੀ ਹੈ, ਠੀਕ ਹੈ, ਉਹ ਸੁਸਾਇਟੀ ਨੂੰ ਮਤਲਬ ਧਿਆਨ ਦੇ ਵਿੱਚ ਰੱਖਦੇ ਹੋਏ ਉੱਦਾਂ ਦੇ ਰੂਲ ਪਾਸ ਕਰਦੇ ਜਿਨ੍ਹਾਂ ਨਾਲ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਲੋਕਾਂ ਦਾ ਹੱਲ ਨਿਕਲੇ, ਠੀਕ ਹੈ, ਕਿਸੇ ਗੱਲ ਦਾ, ਮਤਲਬ ਕਿ ਲੋਕਾਂ ਨੂੰ ਪ੍ਰੋਬਲਮਸ ਨਾ ਹੋਣ, ਉਹਨਾਂ ਦਾ ਜਿਹੜਾ ਵਰਕ ਹੈ ਉਹ ਈਜ਼ੀ ਹੋਵੇ, ਅਤੇ ਲੋਕਾਂ ਨੂੰ ਥੋੜ੍ਹਾ ਜਿਹਾ ਡਰ ਹੋਵੇ ਕਿ ਹਾਂ ਅਸੀਂ ਜੇ ਇਹ ਲਿਮਿਟ ਕਰੋਸ ਕੀਤੀ ਤਾਂ ਸਾਨੂੰ ਪੁਨਿਸ਼ਮੈਂਟ ਵੀ ਮਿਲੂਗੀ। ਇਨ ਡੈਮੋਕ੍ਰੇਸੀ ਵੀ ਚੂਜ਼ ਆਰ ਲੀਡਰ ਸੋ ਦੈਟ ਦੇ ਕੈਨ ਐਕਸਰਸਾਈਜ਼ ਪਾਵਰ ਰਿਸਪੋਂਸੀਬਲੀ ਔਨ ਆਰ ਬਿਹਾਫ। ਡੈਮੋਕ੍ਰੇਸੀ 'ਚ ਆਪਾਂ ਇੱਦਾਂ ਦੇ ਲੀਡਰ ਜੋ ਚੂਜ਼ ਕਰਦੇ ਹਾਂ ਜਿਹੜੇ ਕਿ ਆਪਣੀ ਰਿਸਪੋਂਸੀਬਿਲਿਟੀ ਸਮਝ ਕੇ ਆਪਣੀ ਪਾਵਰ ਨੂੰ ਯੂਜ਼ ਕਰਦੇ ਨੇ, ਠੀਕ ਹੈ, ਅਤੇ ਮਤਲਬ ਸਾਨੂੰ ਧਿਆਨ 'ਚ ਰੱਖਦੇ ਹੋਏ ਕੋਈ ਆਪਣੀ ਪਾਵਰ ਯੂਜ਼ ਕਰਨ, ਠੀਕ ਹੈ। However, there is always the possibility that these leaders might misuse their authority and constitution usually provides safeguards against this. ਕਹਿੰਦੇ ਹਾਂ, ਪਰ ਇੱਕ ਗੱਲ ਇਹ ਹੈ ਵੀ ਜਿਹੜੇ ਆਪਾਂ ਲੀਡਰ ਚੂਜ਼ ਕਰਦੇ ਹਾਂ ਉਹ ਆਪਣੀ ਰਿਸਪੋਂਸੀਬਿਲਿਟੀ ਤੋਂ ਪਰੇ ਜਾ ਕੇ, ਠੀਕ ਹੈ, ਆਪਣੀਆਂ ਪਾਵਰਸ ਦਾ ਮਿਸਯੂਜ਼ ਵੀ ਕਰ ਸਕਦੇ ਨੇ, ਅਤੇ ਜਿਹੜਾ ਕੌਂਸਟੀਟਿਊਸ਼ਨ ਹੈ ਉਹ ਇਸ ਚੀਜ਼ ਨੂੰ ਵੀ ਸੇਫਗਾਰਡ ਕਰਦਾ ਹੈ ਕਿ ਹਾਂ ਕੋਈ ਲੀਡਰ ਆਪਣੀ ਪਾਵਰ ਦਾ ਮਿਸਯੂਜ਼ ਨਾ ਕਰੇ। This misuse of authority can result in a gross injustice as demonstrated in the classroom situation below. ਕਹਿੰਦੇ ਜਿਹੜਾ ਅਥੋਰਿਟੀ ਦਾ ਮਿਸਯੂਜ਼, ਪਾਵਰ ਦਾ ਮਿਸਯੂਜ਼ ਕਰਨ ਨਾਲ ਕਿਸੇ ਇੱਕ ਕਮਿਊਨਿਟੀ ਨਾਲ ਧੱਕਾ ਹੋ ਸਕਦਾ ਹੈ, ਅਤੇ ਦੂਜੀ ਜੋ ਕਮਿਊਨਿਟੀ ਹੈ ਉਸ ਨੂੰ ਲੋੜ ਤੋਂ ਵੱਧ ਜ਼ਿਆਦਾ ਕਿਤੇ ਮਤਲਬ ਕਹਿ ਲਓ ਉਸ ਨੂੰ ਲੋੜ ਤੋਂ ਵੱਧ ਚੀਜ਼ ਮਿਲ ਸਕਦੀ ਹੈ, ਠੀਕ ਹੈ। ਜਿੱਦਾਂ ਕਿ ਹੁਣ ਆਪਾਂ ਨੀਚੇ ਪੜ੍ਹਦੇ ਹਾਂ ਸਟੋਰੀ ਦੇ ਵਿੱਚ ਕੀ ਹੈਗਾ, ਇੱਕ ਸਟੂਡੈਂਟ ਆ ਸੁਰੇਸ਼, ਕਲਾਸ ਮੋਨੀਟਰ ਹੈ, ਠੀਕ ਹੈ, ਮਤਲਬ ਕਿ ਹੀ ਇਜ਼ ਬੁਲੀ, ਮਤਲਬ ਕਿ ਉਹ ਆਪਾਂ ਕਹਿ ਸਕਦੇ ਹਾਂ ਭੋਲਾ ਨਹੀਂ ਹੈਗਾ, ਠੀਕ ਹੈ, ਸ਼ਰਾਰਤੀ ਹੈ, ਠੀਕ ਹੈ, ਜਿਹੜੇ ਕਿ ਉਹਦੇ ਕਲਾਸਮੇਟਸ ਨੇ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਇੱਕ ਵਾਰ ਕੀ ਹੋਇਆ, ਟੀਚਰ ਨੇ ਉਸਦੀ ਡਿਊਟੀ ਲਗਾਤੀ ਕਿ ਜਦੋਂ ਕੋਈ ਸ਼ੋਰ ਕਰੂਗਾ ਤਾਂ ਉਸ ਬਾਰੇ ਉਹ ਟੀਚਰ ਨੂੰ ਇਨਫੋਰਮ ਕਰੂਗਾ। ਉਸਨੇ ਜਾਣ ਬੁੱਝ ਕੇ, ਠੀਕ ਹੈ, ਮਤਲਬ ਕੁਛ ਆਪਣੇ ਜੋ ਉਸਦੇ ਨਾਲ ਮਤਲਬ ਦੋਸਤ ਨਹੀਂ ਸੀ ਉਸਦੇ, ਜਾਂ ਕਹਿ ਲਓ ਜਿਨ੍ਹਾਂ ਨਾਲ ਉਹਦੀ ਲੱਗਦੀ ਸੀ, ਠੀਕ ਹੈ, ਸਾਫ਼ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਕਹਾਂ, ਅਤੇ ਉਹਨਾਂ ਨੇ ਉਸਦਾ ਨਾਮ, ਉਸ ਸਟੂਡੈਂਟ ਨੇ, ਸੁਰੇਸ਼ ਨੇ ਉਹਨਾਂ ਦਾ ਨਾਂ ਲਗਾਤਾ, ਠੀਕ ਹੈ, ਜਿਸ ਦੇ ਕਰਕੇ ਜੋ ਮਤਲਬ ਕਿ ਸਟੂਡੈਂਟਸ ਦੀ ਗਲਤੀ ਨਹੀਂ ਸੀ ਉਹਨਾਂ ਨੂੰ ਵੀ ਪਨਿਸ਼ਮੈਂਟ ਮਿਲ ਗਈ। ਮਤਲਬ ਇੱਥੇ ਕੀ ਹੋਇਆ, ਪਾਵਰ ਦਾ ਮਿਸਯੂਜ਼ ਹੋਇਆ, ਠੀਕ ਹੈ। In a democratic societies, the constitution often lays down rules that guard against this misuse of authority by our political leaders.
ਡੈਮੋਕ੍ਰੈਟਿਕ ਸੁਸਾਇਟੀਜ਼ ਦੇ ਵਿੱਚ ਕੀ ਹੁੰਦਾ ਹੈਗਾ, ਮਤਲਬ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਕੌਂਸਟੀਟਿਊਸ਼ਨ ਮਤਲਬ ਇਸ ਚੀਜ਼ ਦਾ ਵੀ ਧਿਆਨ ਰੱਖਦਾ ਕਿ ਕਿਤੇ ਮਤਲਬ ਉਸ ਦੀ ਪਾਵਰ ਦਾ ਕੋਈ ਮਿਸਯੂਜ਼ ਨਾ ਕਰੇ, ਜੋ ਵੀ ਆਪਾਂ ਲੀਡਰ ਚੂਜ਼ ਕੀਤਾ। ਇਨ ਦਾ ਕੇਸ ਆਫ ਇੰਡੀਅਨ ਕੌਂਸਟੀਟਿਊਸ਼ਨ ਅਬਾਊਟ ਵਿਚ ਯੂ ਵਿਲ ਰੀਡ ਮੋਰ ਲੇਟਰ ਇਨ ਦਿਸ ਚੈਪਟਰ, ਮੈਨੀ ਆਫ ਥੀਸ ਲਾਜ਼ ਆਰ ਕੰਟੇਨਡ ਇਨ ਦਾ ਸੈਕਸ਼ਨ ਆਫ ਫੰਡਾਮੈਂਟਲ ਰਾਈਟਸ। ਜਿਹੜੇ ਕਿ ਕਹਿੰਦੇ ਆਪਣੇ ਇਸ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟਸ ਨੇ, ਜਿਨ੍ਹਾਂ ਬਾਰੇ ਆਪਾਂ ਲਿਟਰੇਸੀ ਚੈਪਟਰ ਦੇ ਵਿੱਚ ਪੜ੍ਹਾਂਗੇ। ਡੂ ਯੂ ਰਿਕਾਲ ਦਾ ਚੈਪਟਰ ਔਨ ਦਲਿਤ ਰਾਈਟਰ ਓਮ ਪ੍ਰਕਾਸ਼ ਵਾਲਮੀਕਸ ਐਕਸਪੀਰੀਅੰਸ ਇਨ ਸਕੂਲ ਫਰੋਮ ਯਰ ਕਲਾਸ 7ਵੀਂ, ਮਤਲਬ 7ਵੀਂ ਦੀ ਬੁੱਕ ਦੇ ਵਿੱਚ, ਠੀਕ ਹੈ, ਆਪਾਂ ਨੇ ਪੜ੍ਹਿਆ ਸੀਗਾ ਓਮ ਪ੍ਰਕਾਸ਼ ਵਾਲਮੀਕ ਦਾ ਐਕਸਪੀਰੀਅੰਸ ਪੜ੍ਹਿਆ ਹੋਊਗਾ ਤੁਸੀਂ ਨੇ। ਇਨ ਦੈਟ ਚੈਪਟਰ ਵੀ ਟਾਕਡ ਅਬਾਊਟ ਦਾ ਡਿਸਕ੍ਰਿਮੀਨੇਸ਼ਨ ਓਮ ਪ੍ਰਕਾਸ਼ ਫੇਸਡ ਬਿਕੋਜ਼ ਹੀ ਵਾਜ਼ ਦਲਿਤ। ਹੁਣ ਓਮ ਪ੍ਰਕਾਸ਼ ਕੀ ਸੀਗਾ, ਓਮ ਪ੍ਰਕਾਸ਼ ਵਾਲਮੀਕ ਸੀਗਾ ਨਾ, ਉਹ ਇੱਕ ਦਲਿਤ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ, ਜਿਸ ਦੇ ਕਾਰਨ ਉਸ ਦੇ ਨਾਲ ਡਿਸਕ੍ਰਿਮੀਨੇਸ਼ਨ ਯਾਨੀ ਕਿ ਉਸ ਨੂੰ ਆਪਣੇ ਤੋਂ ਛੋਟਾ ਸਮਝਿਆ ਜਾਂਦਾ ਸੀ, ਠੀਕ ਹੈ। ਯੂ ਰੀਡ ਅਬਾਊਟ ਹਾਊ ਦਾ ਇੰਡੀਅਨ ਕੌਂਸਟੀਟਿਊਸ਼ਨ ਗਰੰਟੀ ਦਾ ਰਾਈਟਸ ਟੂ ਇਕੁਐਲਿਟੀ ਟੂ ਆਲ ਪਰਸਨਸ ਐਂਡ ਸੇਜ਼ ਦੈਟ ਨੋ ਸਿਟੀਜ਼ਨ ਕੈਨ ਬੀ ਡਿਸਕ੍ਰਿਮੀਨੇਟਡ ਅਗੇਂਸਟ ਔਨ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਜੈਂਡਰ ਐਂਡ ਪਲੇਸ ਆਫ ਬਰਥ। ਕਹਿੰਦੇ ਹੁਣ ਆਪਾਂ ਨੇ ਕੀ, ਇਹ ਜਿਹੜਾ ਆਪਣਾ ਇੰਡੀਅਨ ਕੌਂਸਟੀਟਿਊਸ਼ਨ ਹੈ ਇਹ ਕੀ ਪ੍ਰੋਵਾਈਡ ਕਰਦਾ ਹੈ, ਇਹ ਗਰੰਟੀ ਪ੍ਰੋਵਾਈਡ ਕਰਦਾ ਹੈ ਕਿ ਸਾਰੇ ਲੋਕ ਇਕੁਅਲ ਨੇ, ਠੀਕ ਹੈ। ਸਾਰੇ ਲੋਕਾਂ ਨੂੰ ਇਕੁਅਲ ਸਮਝਣਾ ਚਾਹੀਦਾ ਆਪਣੇ ਇੰਡੀਆ ਦੇ ਵਿੱਚ, ਕਿਸੇ ਨਾਲ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਊਗਾ, ਕਿਹਦੇ ਬੇਸ ਦੇ ਉੱਤੇ, ਉਹ ਕਿਹੜੀ ਰੇਸ ਦਾ, ਉਹ ਕਿਹੜੇ ਧਰਮ ਦਾ, ਉਹ ਕਿਹੜੀ ਕਾਸਟ ਦਾ, ਉਹਦਾ ਜੈਂਡਰ ਕੀ ਹੈ, ਉਹਦਾ ਪਲੇਸ ਆਫ ਬਰਥ, ਉਹਨੇ ਕਿੱਥੇ ਜਨਮ ਲਿਆ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਪਰੇ ਰੱਖ ਕੇ ਸਾਰੇ ਪਰਸਨਸ ਨੂੰ ਇਕੁਅਲ ਰਾਈਟ ਮਿਲਿਆ, ਠੀਕ ਹੈ। ਅਤੇ ਇਹ ਰਾਈਟ ਕਿਹੜਾ ਹੈਗਾ, ਦਾ ਰਾਈਟ ਟੂ ਇਕੁਐਲਿਟੀ ਇਜ਼ ਵਨ ਆਫ ਦਾ ਫੰਡਾਮੈਂਟਲ ਰਾਈਟਸ ਗਰੰਟਿਡ ਬਾਏ ਦਾ ਇੰਡੀਅਨ ਕੌਂਸਟੀਟਿਊਸ਼ਨ। ਅਤੇ ਇਹ ਜਿਹੜਾ ਸਾਰੇ ਲੋਕਾਂ ਨੂੰ ਬਰਾਬਰ ਦਾ ਹੱਕ ਦਿੰਦਾ, ਠੀਕ ਹੈ, ਇਹਨੂੰ ਕਿਹਾ ਗਿਆ ਦਾ ਰਾਈਟ ਟੂ ਇਕੁਐਲਿਟੀ, ਠੀਕ ਹੈ ਜੀ। ਅਨਦਰ ਇੰਪੋਰਟੈਂਟ ਫੰਕਸ਼ਨ ਦੈਟ ਦਾ ਕੌਂਸਟੀਟਿਊਸ਼ਨ ਪਲੇਜ਼ ਇਨ ਅ ਡੈਮੋਕ੍ਰੇਸੀ ਇਜ਼ ਟੂ ਇਨਸ਼ੋਰ ਦੈਟ ਅ ਡੋਮੀਨੇਟ ਗਰੁੱਪ ਡਜ਼ ਨਾਟ ਯੂਜ਼ ਇਟਸ ਪਾਵਰ ਅਗੇਂਸਟ ਅਦਰ ਲੈਸ ਪਾਵਰਫੁਲ ਪੀਪਲ ਔਰ ਗਰੁੱਪਸ। ਦਾ ਸਟੋਰੀ ਬੋਰਡ ਬਿਲੋ ਡਿਮੋਨਸਟ੍ਰੇਟਸ ਵਨ ਸੱਚ ਸਿਚੁਏਸ਼ਨ ਇਨ ਦਾ ਕਲਾਸਰੂਮ। ਹੁਣ ਕੌਂਸਟੀਟਿਊਸ਼ਨ ਕੀ ਹੈ, ਡੈਮੋਕ੍ਰੇਸੀ ਕੀ ਹੈ, ਡੈਮੋਕ੍ਰੇਟਿਕ ਕੰਟਰੀਜ਼ ਦੇ ਵਿੱਚ ਹੁੰਦਾ ਕੀ ਹੈ, ਮਤਲਬ ਕਿ ਵੋਟ ਪਾਈ ਜਾਂਦੀ ਹੈ ਨਾ। ਮੰਨ ਲਓ 70% ਵੋਟਾਂ ਇੱਕ ਕੈਂਡੀਡੇਟ ਨੂੰ ਪੈ ਗਈਆਂ, 30% ਦੂਸਰੇ ਕੈਂਡੀਡੇਟ ਨੂੰ ਪੈ ਗਈਆਂ, ਠੀਕ ਹੈ। 70% ਵਾਲਾ ਵਿਨਿੰਗ ਹੈ, ਠੀਕ ਹੈ। ਬਟ ਜਿਹੜਾ ਆਪਣਾ ਇਹ ਨਹੀਂ ਹੁੰਦਾ ਵੀ ਜੋ ਹੱਕ ਨੇ ਹੈ ਨਾ, ਹੱਕ ਕਿਸੇ ਦੇ ਰੱਖੇ ਨਹੀਂ ਜਾਂਦੇ, ਹੱਕ ਉਹ 30% ਵਾਲੇ ਨੂੰ ਵੀ ਮਿਲਣਗੇ। ਇਹ ਨਹੀਂ ਹੈਗਾ ਵੀ ਸਾਨੂੰ ਜਿਹੜੇ ਲੀਡਰ ਨੂੰ 70% ਲੋਕਾਂ ਨੇ ਵੋਟਾਂ ਪਾਈਆਂ ਨੇ ਸਿਰਫ ਉਹਨਾਂ ਦੇ ਕੰਮ ਕੀਤੇ ਜਾਣ, ਕੰਮ ਉਹਨੂੰ ਸਾਰਿਆਂ ਦੇ ਬਰਾਬਰ ਕਰਨੇ ਪੈਣਗੇ, ਠੀਕ ਹੈ। ਸੋ ਆਪਣਾ ਕੌਂਸਟੀਟਿਊਸ਼ਨ ਇਹ ਵੀ ਮਤਲਬ ਹੱਕ ਪ੍ਰੋਵਾਈਡ ਕਰਦਾ ਹੈ ਕਿ ਸਾਰੇ ਜਾਣੇ ਇਕੁਅਲ ਨੇ, ਠੀਕ ਹੈ। ਕਿਸੇ ਇੱਕ ਜਗ੍ਹਾ ਕੋਈ ਜੋ ਡੋਮੀਨੈਂਸ ਮਤਲਬ ਕੀ ਹੁੰਦਾ ਹੈਗਾ, ਜੋ ਜ਼ਿਆਦਾ ਗਿਣਤੀ ਦੇ ਵਿੱਚ ਹੋਣ, ਜੋ ਡੋਮੀਨੇਟ ਕਰ ਰਿਹਾ ਹੋਵੇ, ਯਾਨੀ ਕਿ ਜੋ ਭਾਰੂ ਹੋਵੇ, ਠੀਕ ਹੈ। ਮੰਨ ਲਓ ਹੁਣ ਆਪਾਂ ਨੀਚੇ ਸਟੋਰੀ ਕੀ ਹੈਗੀ, ਠੀਕ ਹੈ, ਬੋਇਜ਼ ਅਤੇ ਗਰਲਜ਼ ਨੇ ਕਲਾਸਰੂਮ ਦੇ ਵਿੱਚ, ਠੀਕ ਹੈ। ਬੋਇਜ਼ ਕਹਿ ਰਹੇ ਨੇ ਅਸੀਂ ਕ੍ਰਿਕਟ ਖੇਡਣਾ, ਠੀਕ ਹੈ, ਅਤੇ ਕੁੜੀਆਂ ਕਹਿ ਰਹੀਆਂ ਨੇ ਅਸੀਂ ਬਾਸਕਿਟਬਾਲ ਖੇਡਣੀ ਹੈ। ਬਟ ਜੋ ਟੀਚਰ ਹੈ, ਉਹਨਾਂ ਦਾ ਸਪੋਰਟਸ ਟੀਚਰ ਹੈ, ਉਸਨੇ ਕੀ ਹੈ, ਹੈਂਡ ਰੇਜ਼ ਕਰਵਾ ਲਏ ਕਿ ਕਿੰਨੇ ਬੱਚੇ ਕ੍ਰਿਕਟ ਖੇਡਣਾ ਚਾਹੁੰਦੇ ਨੇ, ਕਿੰਨੇ ਬਾਸਕਿਟਬਾਲ। ਹੁਣ ਓਬਵੀਅਸ ਜੀ ਗੱਲ ਹੈ, ਜੇ ਬੋਇਜ਼ ਜ਼ਿਆਦਾ ਹੋਣਗੇ ਤਾਂ ਬੋਇਜ਼ ਦੀ ਗੱਲ ਸੁਣੀ ਜਾਊਗੀ, ਠੀਕ ਹੈ। ਇੱਥੇ ਕੀ ਹੈ, ਇਹ ਧੱਕਾ ਹੋ ਗਿਆ, ਜਾਂ ਕਹਿ ਸਕਦੇ ਹਾਂ ਆਪਾਂ ਉਹਨਾਂ ਦਾ ਜਿਹੜਾ ਚੁਆਇਸ ਸੀ, ਗਰਲਜ਼ ਦੀ ਚੁਆਇਸ ਨੂੰ ਸਪਰੈਸ ਕਰਤਾ, ਦਬਾ ਦਿੱਤਾ ਗਿਆ, ਠੀਕ ਹੈ। ਸੋ ਇੱਦਾਂ ਦੇ ਜਿਹੜੇ ਕੇਸਿਸ ਨੇ ਇਹਨਾਂ ਨੂੰ ਵੀ ਉੱਪਰ ਲੈ ਕੇ ਆਉਂਦਾ ਕੌਂਸਟੀਟਿਊਸ਼ਨ ਨੇ, ਇੱਦਾਂ ਦਾ ਧੱਕਾ ਕਿਸੇ ਨਾਲ ਨਹੀਂ ਹੋਣ ਦਿੱਤਾ ਜਾਂਦਾ। ਸੋ ਬੱਚੇ ਇਹ ਸੀ ਆਪਣਾ ਅੱਜ ਤੱਕ ਦਾ, ਇਸ ਤੋਂ ਬਾਅਦ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਠੀਕ ਹੈ। ਅੱਜ ਤੁਸੀਂ ਇੱਥੇ ਤੱਕ ਆਪਣਾ ਰਿਵਾਈਜ਼ ਕਰ ਲਿਓ, ਠੀਕ ਹੈ, ਇਸ ਚੈਪਟਰ ਨੂੰ। ਫਿਰ ਕੱਲ੍ਹ ਨੂੰ ਮੈਂ ਤੁਹਾਨੂੰ ਨੈਕਸਟ ਪਾਰਟ ਭੇਜ ਕੇ ਅਤੇ ਇਸ ਦੇ ਕੁਐਸਚਨ ਆਨਸਰ ਵੀ ਸੈਂਡ ਕਰ ਦੂੰਗਾ, ਠੀਕ ਹੈ। ਥੈਂਕ ਯੂ।